ਹੈਲੋ ਸਟੂਡੈਂਟ, ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਵੀਡੀਓ 'ਚ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਐਕਸਰਸਾਈਜ਼ 1.3। ਪਿਛਲੀਆਂ ਵੀਡੀਓ ਦੇ ਵਿੱਚ ਅਸੀਂ ਐਕਸਰਸਾਈਜ਼ 1.1 ਐਂਡ ਐਕਸਰਸਾਈਜ਼ 1.2 ਕਰ ਚੁੱਕੇ ਹਾਂ। ਜੇਕਰ ਤੁਸੀਂ ਸਾਡੀਆਂ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਪਹਿਲਾਂ ਸਾਡੇ ਪਲੇਲਿਸਟ ਵਿੱਚ ਜਾ ਕੇ ਤੁਸੀਂ ਉਹ ਵੀਡੀਓ ਦੇਖ ਲਓ ਤਾਂ ਜੋ ਜਿਹੜੇ ਤੁਹਾਡੇ ਬੇਸਿਕ ਕਨਸੈਪਟ ਨੇ ਉਹ ਕਲੀਅਰ ਹੋ ਸਕਣ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਐਕਸਰਸਾਈਜ਼ 1.3 ਦੇ ਵਿੱਚ ਵਰਤੇ ਜਾਣ ਵਾਲੇ ਜਿਹੜੇ ਬੇਸਿਕ ਕਨਸੈਪਟ ਹੈ ਉਹ ਸਮਝਣ ਜਾ ਰਹੇ ਹਾਂ। ਉਸ ਤੋਂ ਬਾਅਦ ਅਸੀਂ ਐਕਸਰਸਾਈਜ਼ 1.3 ਜਿਹੜੀ ਆ ਸਟਾਰਟ ਕਰਨੀ ਹੈ। ਸੋ ਸਭ ਤੋਂ ਪਹਿਲਾਂ ਕਨਸੈਪਟ ਹੈ ਸਬਸੈਟ। ਸਬਸੈਟ ਕੀ ਹੁੰਦਾ ਹੈ? ਤੁਸੀਂ ਨਾਮ ਤੋਂ ਤੁਹਾਨੂੰ ਪਤਾ ਚੱਲ ਰਿਹਾ ਹੋਏਗਾ ਕਿ ਸਬਸੈਟ ਮਤਲਬ ਕਿ ਇੱਕ ਸੈੱਟ ਨੂੰ ਵੀ ਅੱਗੇ ਸੈੱਟਸ ਦੇ ਵਿੱਚ ਡਿਵਾਈਡ ਕਰਨਾ। ਇੱਕ ਐਗਜ਼ਾਮਪਲ ਨਾਲ ਤੁਹਾਨੂੰ ਜ਼ਿਆਦਾ ਸਮਝ ਆ ਜਾਏਗਾ। ਸੋ ਅਸੀਂ ਇੱਥੇ ਐਗਜ਼ਾਮਪਲ ਲੈਂਦੇ ਹਾਂ। ਸੈੱਟ ਹੈ 2 ਔਰ 3 ਦਾ, ਠੀਕ ਹੈ। ਹੁਣ ਇਹਨੂੰ ਅਸੀਂ ਕੀ ਕਰਨਾ ਆ, ਸਬਸੈਟਸ ਦੇ ਵਿੱਚ ਡਿਵਾਈਡ ਕਰਨਾ ਆ। ਇਹਦੇ ਸੈੱਟ ਕੀ ਬਣ ਸਕਦੇ ਨੇ? ਇੱਕ ਤਾਂ ਇਹਦਾ ਸੈੱਟ ਬਣ ਜਾਏਗਾ 2 ਦਾ, ਰਾਈਟ। ਇੱਕ ਇਹਦਾ ਸੈੱਟ ਬਣ ਜਾਏਗਾ 3 ਦਾ, ਠੀਕ ਹੈ ਜੀ। ਇੱਕ ਇਹਦਾ ਸੈੱਟ ਬਣ ਜਾਏਗਾ ਜੋ ਇਹ ਹੈਗਾ ਆ 2 ਐਂਡ 3 ਦਾ। ਇੱਕ ਸਟੂਡੈਂਟ ਇਹਦਾ ਸੈੱਟ ਬਣ ਜਾਏਗਾ ਆਹ ਵਾਲਾ। ਇਹਦਾ ਮਤਲਬ ਹੁੰਦਾ ਆ ਐਮਪਟੀ ਸੈੱਟ, ਖਾਲੀ ਸੈੱਟ, ਠੀਕ ਆ। ਇਹਦਾ ਮਤਲਬ ਕਿ ਸੈੱਟ ਦੇ ਵਿੱਚ ਕੁਝ ਵੀ ਨਹੀਂ ਹੈ। ਇਸ ਬਾਰੇ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਸੋ ਤੁਸੀਂ ਦੇਖੋ ਕਿ ਇਹਦੇ ਕਿੰਨੇ ਸੈੱਟ ਬਣ ਗਏ ਟੋਟਲ। ਇਹਦੇ ਸਬ ਸੈੱਟ ਜਿਹੜੇ ਬਣੇ ਇਹ ਕੀ ਹੈ? ਇਹਦੇ ਸਬਸੈਟ ਨੇ, ਇੱਕ ਸੈੱਟ ਦੇ ਸਬਸੈਟ ਨੇ, ਠੀਕ ਹੈ। ਇਹ 4 ਇਹਦੇ ਸਬਸੈਟ ਬਣ ਚੁੱਕੇ ਨੇ, ਤੁਸੀਂ ਦੇਖ ਸਕਦੇ ਹੋ। ਇਹਦੇ 4 ਸਬਸੈਟ ਬਣ ਗਏ ਨੇ। ਸੋ ਇਹਨੂੰ ਹੀ ਬੋਲਦੇ ਆ ਸਬਸੈਟ, ਕਿ ਇੱਕ ਸੈੱਟ ਦੇ ਅੱਗੇ ਹੋਰ ਸੈੱਟ ਬਣਾਉਣੇ। ਜੇਕਰ ਤੁਸੀਂ ਫਾਈਂਡ ਆਊਟ ਕਰਨਾ ਹੋਵੇ ਕਿ ਤੁਸੀਂ ਸੈੱਟ ਦੇ ਕਿੰਨੇ ਸਬਸੈਟ ਬਣਾ ਸਕਦੇ ਹੋ, ਉਹਦੇ ਲਈ ਜਿਹੜਾ ਤੁਹਾਡਾ ਫੋਰਮੂਲਾ ਹੁੰਦਾ ਆ ਉਹ ਹੁੰਦਾ ਆ n ਦੀ ਪਾਵਰ 2। ਇਹਦਾ n ਦਾ ਮਤਲਬ ਹੁੰਦਾ ਕਿ ਤੁਹਾਡੇ ਨੰਬਰ ਆਫ ਐਲੀਮੈਂਟ, ਤੁਹਾਡਾ ਜਿਹੜਾ ਸੈੱਟ ਹੈ ਉਹਦੇ ਕਿੰਨੇ ਐਲੀਮੈਂਟ ਨੇ। ਹੁਣ ਇਹਦੇ 'ਚ ਕਿੰਨੇ ਐਲੀਮੈਂਟ ਨੇ? 2 ਐਲੀਮੈਂਟ ਨੇ। ਇਟ ਮੀਨਸ n ਦੀ ਜਗ੍ਹਾ ਕੀ ਆ ਜਾਏਗਾ 2 ਪਾਵਰ 2। 2 ਦੀ ਪਾਵਰ 2 ਮਤਲਬ 4। ਮਤਲਬ ਕਿ ਇਹ ਜਿਹੜਾ ਸਾਡਾ ਸੈੱਟ ਦਿੱਤਾ ਹੈ ਇਹਦੇ ਜਿਹੜੇ ਸਬਸੈਟ ਬਣਨਗੇ ਉਹ 4 ਬਣਨਗੇ। ਤੁਸੀਂ ਦੇਖ ਸਕਦੇ ਹੋ 1 2 3 4 ਜਿਹੜੇ ਸਬਸੈਟ ਬਣ ਚੁੱਕੇ ਆ। ਇਸ ਤਰ੍ਹਾਂ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਕਿ ਇੱਕ ਸੈੱਟ ਦੇ ਕਿੰਨੇ ਸਬਸੈਟ ਵੀ ਬਣਾਏ ਜਾ ਸਕਦੇ ਨੇ। ਫਾਰਮੂਲਾ ਹੁੰਦਾ ਹੈ n ਦੀ ਪਾਵਰ 2, ਠੀਕ ਹੈ ਜੀ। ਸੋ ਇਹ ਹੈ ਸਾਡਾ ਸਬਸੈਟ, ਕਿਹਨੂੰ ਕਹਿੰਦੇ ਨੇ। ਹਾਂਜੀ ਸਟੂਡੈਂਟ, ਸਪੋਜ਼ ਕਰੋ ਹੁਣ ਅਸੀਂ ਇੱਥੇ ਲਿਖਣਾ ਹੈ ਕਿ 2 ਜਿਹੜਾ ਸੈੱਟ 2 ਹੈ ਇਹ ਇਹਦਾ ਸਬਸੈਟ ਹੈ, ਠੀਕ ਹੈ। ਤਾਂ ਅਸੀਂ ਕਿਵੇਂ ਲਿਖਾਂਗੇ? 2 is a subset of, ਇਸ ਸੈੱਟ ਦਾ ਜਿਹੜਾ ਹੈਗਾ ਉਹ ਸਬਸੈਟ ਹੈ। ਅਸੀਂ ਜਾਣ ਸਕਦੇ ਹਾਂ ਕਿ ਅਸੀਂ ਇਸ ਸੈੱਟ ਨੂੰ ਨਾਮ ਦੇ ਸਕਦੇ ਹਾਂ ਸੈੱਟ A। ਸੋ ਇਹ ਵੀ ਕੀ ਹੈ? ਇਸ ਸੈੱਟ, ਇਹਦਾ ਵੀ ਸਬਸੈਟ ਹੈ। is a subset of set A। ਹੁਣ ਤੁਸੀਂ ਦੇਖੋ, ਹੁਣ ਜੇ ਸਾਨੂੰ ਉਹਨਾਂ ਨੇ ਕੁਐਸਚਨ ਦੇ ਵਿੱਚ ਸਬਸੈਟ ਪੁੱਛਿਆ ਆ ਤਾਂ ਅਸੀਂ ਬਾਰ-ਬਾਰ ਥੋੜ੍ਹੀ ਨਾ ਲਿਖਾਂਗੇ ਕਿ ਇਹ ਸਬਸੈਟ ਅੰਡਰ 2 ਇਜ਼ ਅ ਸਬਸੈਟ ਆਫ A, ਠੀਕ ਹੈ। ਅਸੀਂ ਬਾਰ-ਬਾਰ ਨਹੀਂ ਲਿਖਾਂਗੇ। ਇਸ ਕਰਕੇ ਜਿਹੜੇ ਮੈਥਮੈਟਿਕਸ ਸੀਗੇ ਉਹਨਾਂ ਨੇ ਕੀ ਕੀਤਾ, ਇੱਕ ਇਹਨਾਂ ਨੂੰ ਸਾਈਨ ਦੇ ਦਿੱਤਾ ਆ। ਤੁਸੀਂ ਸਿੰਪਲ ਲਿਖ ਸਕਦੇ ਹੋ 2 set 2 is a subset of A। ਤੁਸੀਂ ਇਹਨੂੰ ਈਜ਼ੀ ਫਾਰਮ ਦੇ ਵਿੱਚ ਦੇਖ ਸਕਦੇ ਹੋ। ਆਹ ਜਿਹੜਾ ਸਾਈਨ ਹੈ ਇਹਦਾ ਮਤਲਬ ਹੁੰਦਾ ਹੈ is a subset of, ਮਤਲਬ ਕਿ ਇਹਦਾ ਸਬਸੈਟ, ਇਹਦਾ ਮਤਲਬ ਹੁੰਦਾ is a subset of, ਠੀਕ ਹੈ। ਇਹ ਜਿਹੜਾ ਹੈਗਾ ਇਹ ਸਾਈਨ ਵਰਤਿਆ ਜਾਂਦਾ ਹੈ। ਇਹ ਸਾਈਨ ਨੂੰ ਯਾਦ ਰੱਖਣਾ ਆ। ਇਸ ਤੋਂ ਪਹਿਲਾਂ ਅਸੀਂ ਇੱਕ ਸਾਈਨ ਹੋਰ ਕਰ ਚੁੱਕੇ ਹਾਂ। ਉਹ ਕਿਹੜਾ ਸਾਈਨ ਕੀਤਾ ਸੀ ਅਸੀਂ ਪਹਿਲਾਂ? ਆਹ ਵਾਲਾ ਸਾਈਨ। ਇਹਦਾ ਸਾਈਨ ਦਾ ਕੀ ਮਤਲਬ ਹੈ? ਬਿਲੋਂਗਸ ਟੂ। ਨਾਲ ਨਾਲ ਅਸੀਂ ਪਿਛਲਾ ਵੀ ਰਿਵਾਈਜ਼ ਕਰੀ ਜਾਂਦੇ ਹਾਂ ਕਿਉਂਕਿ ਇਹ ਵੀ ਤੁਹਾਡੇ ਚੈਪਟਰ ਦੇ ਵਿੱਚ ਅੱਗੇ ਤੁਹਾਨੂੰ ਪੁੱਛਿਆ ਜਾਏਗਾ। ਬਿਲੋਂਗਸ ਟੂ, ਇਹ ਦੋਨੋਂ ਸਾਈਨ ਤੁਸੀਂ ਯਾਦ ਰੱਖਣੇ ਆ। ਹਾਂਜੀ ਸਟੂਡੈਂਟ, ਸਬਸੈਟ ਤੋਂ ਬਾਅਦ ਜਿਹੜਾ ਸਾਡਾ ਟੌਪਿਕ ਆਉਂਦਾ ਹੈਗਾ ਉਹ ਹੈਗਾ ਆ ਪਾਵਰ ਸੈੱਟ। ਸਟੂਡੈਂਟਸ, ਪਾਵਰ ਸੈੱਟ ਕੀ ਹੁੰਦੇ ਨੇ ਹੁਣ ਅਸੀਂ ਇਹ ਸਮਝਦੇ ਹਾਂ। ਹਾਂਜੀ ਸਟੂਡੈਂਟਸ, ਪਾਵਰ ਸੈੱਟ ਕਿਹਨੂੰ ਕਹਿੰਦੇ ਆ? ਪਾਵਰ ਸੈੱਟ ਇਜ਼ ਅ ਕਲੈਕਸ਼ਨ ਆਫ ਆਲ ਸਬਸੈਟ ਆਫ ਅ ਸੈੱਟ। ਪਾਵਰ ਸੈੱਟ ਕੀ ਹੁੰਦਾ ਆ?
ਜਿੰਨੇ ਵੀ ਇੱਕ ਸੈੱਟ ਦੇ ਸਬਸੈਟ ਹੁੰਦੇ ਨੇ ਉਹਦੀ ਕਲੈਕਸ਼ਨ ਹੁੰਦਾ ਆ ਪਾਵਰ ਸੈੱਟ। ਐਗਜ਼ਾਮਪਲ ਨਾਲ ਤੁਹਾਨੂੰ ਜ਼ਿਆਦਾ ਸਮਝ ਆਏਗਾ। ਸਪੋਜ਼ ਕਰੋ ਅਸੀਂ ਉੱਪਰ ਇੱਕ ਜਿਹੜੀ ਐਗਜ਼ਾਮਪਲ ਲਈ ਸੀ, ਅਸੀਂ ਏ ਜਿਹੜਾ ਸੈੱਟ ਹੈਗਾ ਮੇਨ ਏ ਸੈੱਟ ਹੈ, ਅਸੀਂ ਕੀ ਕੀਤਾ ਸੀਗਾ ਉਹਦੇ ਸਬਸੈਟ ਬਣਾਏ ਸੀਗੇ। ਸੋ ਸਬਸੈਟ ਕੀ ਬਣਾਏ ਸੀਗੇ ਉਹਨਾਂ ਦੇ, ਅਸੀਂ ਇੱਕ 2 ਸੀ, 3 ਸੀ, ਠੀਕ ਹੈ ਸਟੂਡੈਂਟਸ, ਇੱਕ 2 ਐਂਡ 3 ਸੀ, ਇੱਕ ਐਮਪੀ ਸੈੱਟ ਸੀ। ਅਸੀਂ ਕੀ ਕੀਤਾ ਸੀ, ਇਸ ਸੈੱਟ ਦੇ ਇਹ ਸਬਸੈਟ ਬਣਾਏ, ਠੀਕ ਹੈ। ਇਹਨਾਂ ਸਬਸੈਟ ਨੂੰ ਵੀ ਅਸੀਂ ਇੱਕ ਸੈੱਟ ਦੇ ਵਿੱਚ ਜਿਹੜਾ ਹੈਗਾ ਆ ਉਹ ਲਿਖ ਸਕਦੇ ਹਾਂ। ਇਹ ਸਬ ਜਿਹੜਾ ਸੈੱਟ ਅਸੀਂ ਬਣਾਇਆ ਹੁਣ ਇਹਨੂੰ ਅਸੀਂ ਕਹਿੰਦੇ ਹਾਂ ਪਾਵਰ ਸੈੱਟ। ਮਤਲਬ ਕਿ ਜਿਹੜੇ ਅਸੀਂ ਸਬਸੈਟ ਬਣਾਏ ਆ ਉਹਨਾਂ ਨੂੰ ਵੀ ਇੱਕ ਸੈੱਟ ਦੇ ਵਿੱਚ ਲਿਖ ਦੇਣਾ। ਪਾਵਰ ਸੈੱਟ ਇਜ਼ ਅ ਕਲੈਕਸ਼ਨ ਆਫ ਆਲ ਸਬਸੈਟ ਆਫ ਅ ਸੈੱਟ। ਇਹ ਕੀ ਇਹ ਕਲੈਕਸ਼ਨ ਹੈ ਇੱਕ ਸੈੱਟ ਦੇ ਸਾਰੇ ਸਬਸੈਟ ਦੀ, ਠੀਕ ਹੈ ਸਟੂਡੈਂਟਸ। ਆਈ ਹੋਪ ਤੁਹਾਨੂੰ ਪਾਵਰ ਸੈੱਟ ਜਿਹੜਾ ਕੰਸੈਪਟ ਹੈ ਸਮਝ ਲੱਗ ਗਿਆ ਹੋਇਆ। ਹਾਂਜੀ ਸਟੂਡੈਂਟਸ, ਨੈਕਸਟ ਸਾਡਾ ਟੌਪਿਕ ਹੈ ਯੂਨੀਵਰਸਲ ਸੈੱਟ। ਤੁਹਾਨੂੰ ਨਾਮ ਤੋਂ ਸਮਝ ਆ ਗਿਆ ਹੋਏਗਾ ਕਿ ਯੂਨੀਵਰਸਲ ਮਤਲਬ ਹੁੰਦਾ ਕਿ ਸਭ ਕੁਛ ਆ ਜਾਏਗਾ ਉਹਦੇ ਵਿੱਚ। ਯੂਨੀਵਰਸਲ ਸੈੱਟ ਨੂੰ ਯੂ ਦੇ ਨਾਲ ਅਸੀਂ ਰਿਪਰੈਜ਼ੈਂਟ ਕਰਦੇ ਹਾਂ। ਇਸ ਸੈੱਟ ਦੇ ਵਿੱਚ ਸਭ ਕੁਛ ਹੀ ਆ ਜਾਂਦਾ ਹੈ। ਯੂਨੀਵਰਸਲ ਦਾ ਮਤਲਬ ਨਾ ਸਭ ਕੁਛ, 0 1 2 3 4 5 ਐਂਡ ਸੋ ਔਨ, ਸਭ ਕੁਛ ਇਸ ਸੈੱਟ ਦੇ ਵਿੱਚ ਆ ਜਾਏਗਾ। ਹੁਣ ਜੇ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ, ਸਪੋਜ਼ ਕਰੋ ਸੈੱਟ A ਹੈ ਸਾਡਾ 2 ਐਂਡ 3, ਸੈੱਟ B ਹੈ 1 2 3 4। ਇਹਦਾ ਜਿਹੜਾ ਅਸੀਂ ਜੇ ਯੂਨੀਵਰਸਲ ਸੈੱਟ ਬਣਾਉਣਾ ਹੋਵੇ ਅਸੀਂ ਕਿਵੇਂ ਬਣਾਵਾਂਗੇ, ਇਹਦੇ ਵਿੱਚ ਸਭ ਕੁਛ ਹੀ ਲਿਖਾਂਗੇ। ਇਹ ਕੀ ਬਣ ਗਿਆ ਇਹਦਾ ਯੂਨੀਵਰਸਲ ਸੈੱਟ, ਇਹਨੂੰ ਬੋਲਦੇ ਨੇ ਯੂਨੀਵਰਸਲ ਸੈੱਟ। ਹਾਂਜੀ ਸਟੂਡੈਂਟਸ, ਨੈਕਸਟ ਸਾਡਾ ਟੌਪਿਕ ਹੈ ਸਬਸੈਟ ਆਫ ਅ ਸੈੱਟ ਆਫ ਰੀਅਲ ਨੰਬਰਸ। ਸਟੂਡੈਂਟਸ ਰੀਅਲ ਨੰਬਰਸ ਕੀ ਹੁੰਦੇ ਨੇ, ਰੀਅਲ ਨੰਬਰਸ ਦੇ ਵਿੱਚ ਸਾਡੇ ਸਾਰੇ ਹੀ ਨੰਬਰ ਆ ਜਾਂਦੇ ਨੇ। ਨੈਚੁਰਲ ਨੰਬਰਸ, ਠੀਕ ਹੈ ਜੀ, ਹੋਲ ਨੰਬਰਸ, ਇੰਟੀਜਰਸ, रैशनल नंबर्स, इरेशनल नंबर, जिन्ने भी साढ़े जेह्ड़े नंबर्स ने ना वो सारे मिल के की बनाते ने रियल नंबर्स। ये तुसी पढ़ चुके हो पिछलियां जमातां दे विच, रियल नंबर्स बनाते ने। तो रियल नंबर्स नूं रिप्रजेंट किया जाता है आर दे नाल, ठीक है जी। सो ये कंसैप्ट की है, कहते कि सब सैट ऑफ रियल नंबर्स का एक सैट है, मतलब कि सारे नंबर्स का एक सैट है, असी उसके सब सैट बनाने हैं। स्टूडेंट्स अब हम बात करने जा रहे हैं रियल नंबर्स के सेट के बारे में। रियल नंबर्स क्या होते हैं, रियल नंबर्स में हमारी सारी नंबर लाइन होती है। यहाँ पर 0, ये माइनस इन्फिनिटी तक जा रहा है, ये पॉजिटिव इन्फिनिटी तक जा रहा है। तो ये क्या होती है हमारी, इसमें जो नंबर लाइन पर जितने भी नंबर होते हैं वो क्या होते हैं, रियल नंबर्स होते हैं। अब हम इनके सेट बनाते हैं। सपोज़ कि ये सेट है 2 से लेकर 5 तक का सेट है। सो इस 2 के बाद अब क्या आएगा, 2 से लेकर 5 तक का सेट मैंने कहा है ना, 2 से 2 to 5 तक का सेट, राइट। अब 2 के बाद तो 2.1 भी आता है, 2.01 भी आता है, 2.001 भी आता है। तो हम क्या लेंगे इसके बाद, क्योंकि ये भी क्या है, ये भी रियल नंबर्स हैं। हमें कौन सा कहा गया, 2 से स्टार्ट करना है 5 तक का सेट। अब 2 के बाद तो ये भी आता है, ठीक है। तो मैंने पहले भी बात की थी कि हम जो रियल नंबर्स के सेट हैं उन्हें हम रोस्टर फॉर्म में रिप्रेजेंट नहीं कर सकते। इन्हें किस फॉर्म में रिप्रेजेंट किया जाता है, सेट बिल्डर फॉर्म में। इसके लिए जो यूज़ किया जाता है ना वो किया जाता है, जैसे अब हम इसको सेट को लिखेंगे, कैसे लिखेंगे, हम इसमें एक जो है क्लोज्ड इंटरवल्स यूज़ करेंगे। जैसे ये देखिए 2 से मैंने कहा 5 तक का सेट, तो ये क्या हुआ, इसे हम कहते हैं इंटरवल्स। ऐसे रिप्रेजेंट करना, ये देखो जो रियल नंबर्स के सेट को ऐसे रिप्रेजेंट किया जाता है, इसे कहते हैं इंटरवल्स। इसे क्या कहते हैं, इंटरवल्स, ठीक है। इसमें 2 तरह की मैंने ब्रैकेट्स लगाई हैं। एक तो मैंने ये
ब्रैकेट लगाई है और ये इस ब्रैकेट को हम कहते हैं क्लोज इंटरवल्स, क्लोज्ड इंटरवल, ठीक है। और इसे हम कहते हैं ओपन इंटरवल, याद रखने योग्य है जी। और इन दोनों में क्या फ़र्क है, ये भी 2 से लेकर 5 तक का सेट है, ये भी 2 से लेकर 5 तक का सेट है, बट जो ये ब्रैकेट है ना, इसका मतलब होता है इंक्लूडिंग 2 एंड 5। ये देखो, इंक्लूडिंग 2 एंड 5। ਇਹ ਜਿਹੜੀਆਂ ਬ੍ਰੈਕਟਸ ਹੈ ਨਾ, ਇਹਨਾਂ ਦਾ ਮਤਲਬ ਹੈ ਕਿ ਇਸ ਸੈੱਟ ਦੇ ਵਿੱਚ 2 ਤੇ 5 ਵੀ ਮੌਜੂਦ ਹੋਏਗਾ, ਠੀਕ ਹੈ। 2 ਤੇ 5 ਵੀ ਮੌਜੂਦ ਹੋਏਗਾ, ਬਟ ਜਿਹੜੀਆਂ ਇਹਨਾਂ ਬ੍ਰੈਕਟਸ ਦਾ ਮਤਲਬ ਹੈ ਕਿ ਇਹਦੇ ਵਿੱਚ ਜਿਹੜਾ 2 ਹੈ ਤੇ 5 ਹੈ ਉਹ ਮੌਜੂਦ ਨਹੀਂ ਹੋਣਗੇ, ਠੀਕ ਹੈ। 2 ਐਂਡ 5 ਇਹਦੇ ਵਿੱਚ ਮੌਜੂਦ ਨਹੀਂ ਹੋਣਗੇ, ਬਟ ਜਿਹੜੀ ਇਹ ਬ੍ਰੈਕਟਸ ਦਾ ਕਲੋਜ਼ ਇੰਟਰਵਲ ਹੈ, ਇਹਦੇ ਵਿੱਚ ਕੀ ਹੋਏਗਾ ਕਿ ਜਿਹੜੇ 2 ਐਂਡ 5 ਹੈ ਇਹ ਵੀ ਮੌਜੂਦ ਹੋਣਗੇ ਸੈੱਟ ਦੇ ਵਿੱਚ, ਠੀਕ ਹੈ। ਇਹ ਇਹਨਾਂ ਦਾ ਮਤਲਬ ਹੈ। ਇਹਦਾ ਮਤਲਬ ਹੁੰਦਾ ਆ ਐਕਸਕਲੂਡਿੰਗ 2 ਐਂਡ 5, मतलब कि 2 एंड 5 ਜਿਹੜੇ ਨੇ ਉਹ ਸੈੱਟ ਦੇ ਵਿੱਚ ਮੌਜੂਦ ਨਹੀਂ ਹੋਣਗੇ। ਸੋ ਯਾਦ ਰੱਖਣਾ ਕਿ ਇਹਨੂੰ ਬੋਲਦੇ ਆ ਕਲੋਜ਼ਡ ਇੰਟਰਵਲ ਤੇ ਇਹਨੂੰ ਬੋਲਦੇ ਆ ਓਪਨ ਇੰਟਰਵਲ। ਔਰ ਇਹਨਾਂ ਨੂੰ ਇਸ ਤਰ੍ਹਾਂ ਰੀਪ੍ਰਜੈਂਟ ਕਰਨਾ ਕੀ ਕਹਾਉਂਦਾ ਆ, ਇੰਟਰਵਲਸ, ਠੀਕ ਹੈ ਜੀ। ਉਸ ਤੋਂ ਬਾਅਦ ਸਪੋਜ਼ ਕਰੋ ਅਸੀਂ ਇੱਥੇ ਜਨਰਲ ਫੋਰਮ ਲੈਂਦੇ ਆ A ਐਂਡ B। ਅਸੀਂ ਇਹਨੂੰ ਇਸ ਬ੍ਰੈਕਟ ਫੋਰਮ 'ਚ ਲਿਖਿਆ ਆ। ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇਹ ਕੀ ਹੈ, ਕਲੋਜ਼ਡ ਇੰਟਰਵਲ ਹੈ। ਕਲੋਜ਼ਡ ਇੰਟਰਵਲ ਦਾ ਮਤਲਬ ਕਿ ਇਹਦੇ ਵਿੱਚ A ਤੋਂ ਲੈ ਕੇ B ਤੱਕ ਜਿਹੜਾ ਸੈੱਟ ਹੈ ਉਹਦੇ ਵਿੱਚ A ਤੇ B ਦੋਨੇ ਮੌਜੂਦ ਹੋਣਗੇ, ਠੀਕ ਹੈ ਜੀ। ਇਹਨੂੰ ਤਾਂ ਅਸੀਂ ਕਹਿ ਦਿੱਤਾ ਸੀ ਕਲੋਜ਼ਡ ਇੰਟਰਵਲ, ਠੀਕ ਹੈ। ਔਰ ਇਹਨੂੰ ਅਸੀਂ ਕਹਿ ਦਿੱਤਾ ਓਪਨ ਇੰਟਰਵਲ, ਠੀਕ ਹੈ ਸਟੂਡੈਂਟਸ। ਹੁਣ ਜੇ ਤੁਹਾਡੇ ਕੋਲ ਇੱਥੇ ਇੱਕ ਪਾਸੇ ਤੁਹਾਡਾ ਆ ਜਾਂਦਾ ਹੈ ਇਹ ਵਾਲੀ ਬ੍ਰੈਕਟ ਤੇ ਦੂਸਰੇ ਪਾਸੇ ਤੁਹਾਡੇ ਕੋਲ ਇਹ ਬ੍ਰੈਕਟ ਆ ਜਾਂਦੀ ਹੈ, ਤਾਂ ਇਹਨੂੰ ਅਸੀਂ ਕੀ ਬੋਲਾਂਗੇ, ਇਹਨੂੰ ਅਸੀਂ ਕੀ ਬੋਲਾਂਗੇ, ਓਪਨ ਕਲੋਜ਼ਡ ਇੰਟਰਵਲ, ਠੀਕ ਹੈ ਸਟੂਡੈਂਟਸ। ਜੇ ਸਾਡੇ ਕੋਲ ਇੱਕ ਪਾਸੇ ਆ ਜਾਂਦੀ ਹੈ ਤੇ ਇੱਕ ਪਾਸੇ ਆ ਵਾਲੀ ਫੋਰਮ ਆ ਜਾਂਦੀ ਆ ਤਾਂ ਇਹਨੂੰ ਅਸੀਂ ਬੋਲਾਂਗੇ ਓਪਨ ਕਲੋਜ਼ਡ ਇੰਟਰਵਲ। ਕਿਉਂ? ਕਿਉਂਕਿ ਜਿਹੜੀ ਪਹਿਲੇ ਬ੍ਰੈਕਟ ਲੱਗੀ ਉਹ ਕੀ ਹੈ, ਓਪਨ ਇੰਟਰਵਲ ਦੀ ਬ੍ਰੈਕਟ ਹੈ, ਦੂਸਰੀ ਕੀ ਹੈ, ਕਲੋਜ਼ਡ ਇੰਟਰਵਲ ਦੀ ਬ੍ਰੈਕਟ ਹੈ। ਸੋ ਇਹਨੂੰ ਲਿਖਾਂਗੇ ਓਪਨ ਤੇ ਕਲੋਜ਼ਡ ਇੰਟਰਵਲ, ਠੀਕ ਹੈ, ਦੋਨੋਂ। ਹੁਣ ਸਪੋਜ਼ ਕਰੋ ਕਿ ਇੱਕ ਇੱਥੇ ਆ ਵਾਲੀ ਬ੍ਰੈਕਟ ਲੱਗ ਜਾਂਦੀ ਆ, ਦੂਜੇ ਪਾਸੇ ਆ, ਇਹਨੂੰ ਅਸੀਂ ਕੀ ਬੋਲਾਂਗੇ, ਕਲੋਜ਼ਡ ਓਪਨ ਇੰਟਰਵਲ। ਮਤਲਬ ਇਹ ਕਲੋਜ਼ ਹੈ ਤੇ ਇਹ ਓਪਨ ਹੈ। ਇਹਦੇ ਵਿੱਚ ਕੀ ਹੋਏਗਾ ਕਿ ਜਿਹੜਾ ਸੈੱਟ ਹੈ ਉਹਦੇ ਵਿੱਚ ਜਿਹੜਾ A ਹੈ ਉਹ ਮੌਜੂਦ ਹੋਏਗਾ ਬਟ B ਮੌਜੂਦ ਨਹੀਂ ਹੋਏਗਾ। ਇਹਦੇ ਵਿੱਚ A ਨਹੀਂ ਮੌਜੂਦ ਹੋਏਗਾ ਬਟ B ਮੌਜੂਦ ਹੋਏਗਾ, ਕਿਉਂਕਿ ਅਸੀਂ ਪਹਿਲੇ ਹੀ ਗੱਲ ਕਰ ਚੁੱਕੇ ਹਾਂ ਜਿਹੜੀ ਕਲੋਜ਼ਡ ਇੰਟਰਵਲ ਹੁੰਦੀ ਆ ਉਹਦੇ ਵਿੱਚ ਜਿਹੜੇ ਲੈਟਰਸ 'ਤੇ ਲਿਖੇ ਹੁੰਦੇ ਨੇ ਉਹ ਵੀ ਮੌਜੂਦ ਹੁੰਦੇ ਨੇ। ਇਹਦੇ ਵਿੱਚ ਕੀ ਹੋਏਗਾ, A ਐਂਡ B ਦੋਨੋਂ ਮੌਜੂਦ ਹੋਣਗੇ। ਬਟ ਜਿਹੜੀ ਓਪਨ ਇੰਟਰਵਲ ਹੈ ਇਹਦੇ ਵਿੱਚ ਨਾ ਤਾਂ A ਮੌਜੂਦ ਹੋਏਗਾ ਅਤੇ ਨਾ ਹੀ B ਮੌਜੂਦ ਹੋਏਗਾ, ਠੀਕ ਹੈ। ਬਟ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਜਿਹੜਾ ਹੈ A ਮੌਜੂਦ ਨਹੀਂ ਹੋਏਗਾ ਬਟ B ਮੌਜੂਦ ਹੋਏਗਾ। ਇਹਦੇ ਵਿੱਚ A ਮੌਜੂਦ ਹੋਏਗਾ ਬਟ B ਨਹੀਂ ਮੌਜੂਦ ਹੋਏਗਾ, ठीक है जी। सो ये कुछ गल्लां सीगियां जिहड़ियां समझण वालियां सीगियां। स्टूडेंट्स ये दो जो फॉर्म आप देख रहे हैं ना, इनको कई बार हम क्लोपन भी बोल देते हैं। क्लोपन ये कैसे बना, क्लोपन मतलब क्लोज और ओपन। क्लोज का CLO, ठीक है, ओपन का भी OPN। क्लोपन कई बार इंटरवल हम इसे बोल देते हैं, ठीक है। और इसे जब हम इसे सेट बिल्डर फॉर्म में रिप्रेजेंट किया जाता है। सपोज करो ये हमारा सेट है, इसे हम सेट बिल्डर फॉर्म में रिप्रेजेंट करेंगे x सच दैट x क्या है, ये क्या है, रियल नंबर्स का सेट है, जिसमें क्या है कि जो a है वो हमारा लेस देन x लेस देन b और इक्वल है। इसमें हमने अब मैं दूसरी ब्रैकेट लिख देता हूँ आपको, ये वाली, इसे हम कैसे रिप्रेजेंट करेंगे, x सच दैट x क्या है, रियल नंबर्स का सेट है जिसमें a लेस दैन x लेस दैन b। ਇਹਦੇ ਵਿੱਚ ਕੀ ਹੈ, a ਤੇ b ਮੌਜੂਦ ਹੋਣਗੇ, ਇਸ ਕਰਕੇ ਅਸੀਂ ਤੇ ਇਕੁਅਲ ਦਾ ਸਾਈਨ ਲਗਾਇਆ ਹੈ।
कि ਜਿਹੜਾ ए है वो भी मौजूद होएगा, ਜਿਹੜਾ B है वो भी मौजूद होएगा, x ਦੇ इक्वल है। ठीक है, बट ਇਹਦੇ ਵਿੱਚ ਅਸੀਂ इक्वल ਦਾ साइन नहीं लगाया क्योंकि ना ਤਾਂ ਇਹਦੇ ਵਿੱਚ A मौजूद होएगा ਤੇ ना ही B मौजूद होएगा। ठीक है स्टूडेंट्स, तो स्टूडेंट इसमें यही टॉपिक थे जो हमें 1.3 एक्सरसाइज में हेल्प करने वाले थे। हमने ये टॉपिक कर लिए, ये बहुत इंपॉर्टेंट टॉपिक है।